शरण प्रभ अपनी। अगन सागर विकराला नानक के सुख ताते सतगुर हम तुमरे बाल गोपाला। दया दया कर रखो हर जियो हम दीन तेरी शरण आए। हम बारिक तुम पिता प्रभ मेरे जन नानक बख्श मिलाए। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। गुर बाणी कहे सेवक जन मानै परतख गुरु निस्तारे। धन धन समर्थ गुरुदेव ਸਿੰਘਾਸਨਾਂ ਦੇ मालक चवर तखत छतर दे मालक रहमतां दे दाते जुगो जुग अटल हाजरा हजूर परतख सतगुरु साहिब श्री गुरु ग्रंथ साहिब सच्चे पातशाह जी दे पावन पवित्र चरना कमलों विखे ਅਤੇ ਆਪਣੇ ਅਸਥਾਨਾਂ ਤੇ ਬੈਠ ਕੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾ ਰਹੇ ਗੁਰੂ ਪਿਆਰਿਓ, ਕਰੋ ਕਿਰਪਾ ਸਾਰੇ ਥੋੜਾ ਜਿਹਾ ਸਮਾਂ ਵਿਚਾਰਾਂ ਲਈ ਮਿਲਿਆ ਹੈ। ਸਾਰੇ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੇ ਮਨਾਂ ਨੂੰ ਜੋੜ ਲਈਏ। ਗੁਰੂ ਚਰਨਾਂ ਨਾਲ ਜੁੜ ਕੇ ਵਿਚਾਰਾਂ ਸਰਵਣ ਕਰਨ ਦੀ ਕਿਰਪਾ ਕਰੋ। ਦਾਸਰੇ ਨੂੰ ਅਸੀਸ ਬਖਸ਼ੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਰੰਭਤਾ ਦੇ ਵਿੱਚ ਸਾਰੇ ਮਿਲ ਕੇ ਬੇਨਤੀ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ। सारे ही कृपा करो। तुम करो दया मेरे साईं, तुम करो दया मेरे साईं, तुम करो दया। तुम करो दया मेरे साईं, तुम करो दया मेरे साईं, तुम ऐसी मत दीजै मेरे ठाकुर, ऐसी मत, ऐसी मत दीजै मेरे ठाकुर। सदा सदा तुध ध्याई,
ਸਦਾ ਸਦਾ ਤੁਧ ਧਿਆਈ। ਵਾਹਿਗੁਰੂ 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 ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਜਦੋਂ ਕਰਵਾਉਣਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਉਣ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਅਸਥਾਨ ਬਣਾਇਆ, ਜਿਸ ਅਸਥਾਨ ਨੂੰ ਅਸੀਂ ਹਰਮੰਦਰ ਸਾਹਿਬ ਆਖਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਅਦ ਵਿੱਚ, ਹਰਮੰਦਰ ਸਾਹਿਬ ਪਹਿਲਾਂ। ਦੇਖੋ, ਸਤਿਗੁਰੂ ਮਹਾਰਾਜ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਸਥਾਨ ਮਹਾਰਾਜ ਜੀ ਨੇ ਪਹਿਲਾਂ ਬਣਾਇਆ। ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ 5 ਸਰੋਵਰਾਂ ਦੇ ਵਿੱਚੋਂ ਇੱਕ ਸਰੋਵਰ ਰਾਮਸਰ ਵੀ ਹੈ, ਜਿਹੜੇ ਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਦੀ ਖੁਦਵਾਈ ਕਰਵਾਈ। ਔਰ ਰਾਮਸਰ ਦੇ ਪਵਿੱਤਰ ਸਰੋਵਰ ਦੇ ਕੰਢੇ ਤੇ ਨੇੜੇ ਗੁਰੂ ਚਰਨਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੈਠ ਕੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ। ਸਾਰੀ ਬਾਣੀ ਜਿਹੜੀ 30 ਰਾਗਾਂ ਦੇ ਵਿੱਚ, ਆਪ ਜੀ ਨਾਲ ਪਹਿਲਾਂ ਵੀ ਅਰਜ਼ ਕਰ ਚੁੱਕਾ ਹਾਂ ਕਿ 30 ਰਾਗਾਂ ਦੇ ਵਿੱਚ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕਰਵਾਈ। ਸੰਪੂਰਨਤਾ ਵਾਲਾ 31ਵਾਂ ਰਾਗ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਜਦੋਂ ਬੀੜ ਲਿਖਵਾਈ ਦਮਦਮਾ ਸਾਹਿਬ, 31ਵਾਂ ਜੈਜਾਵੰਤੀ ਰਾਗ ਉਦੋਂ ਲਿਖਿਆ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸਾਰੀ ਬਾਣੀ ਉਦੋਂ ਦਰਜ ਕੀਤੀ ਗਈ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੇ ਚਰਨਾਂ ਵਿੱਚ ਵੀ ਨਮਸਕਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜਿਹੜਾ ਕਰਮ ਸੀ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਣ ਵਾਲਾ, ਇਹ ਕਿਸੇ ਪਵਿੱਤਰ ਆਤਮਾ ਨੂੰ ਸੌਂਪਿਆ। ਉਹ ਪਵਿੱਤਰ ਆਤਮਾ ਹਨ, ਨਹੀਂ ਤਾਂ ਥੋੜੀ ਜਿਹੀ ਵੀ ਮੈਲ ਹੋਵੇ, ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜ਼ਿੰਦਗੀ ਦੇ ਵਿੱਚ, ਜੇ ਉਹਨਾਂ ਦੇ ਜੀਵਨ ਵਿੱਚ ਥੋੜਾ ਵੀ ਮੈਲਾਪਨ ਹੁੰਦਾ
ਤੇ ਗੁਰੂ ਅਰਜਨ ਦੇਵ ਮਹਾਰਾਜ ਕਦੀ ਉਹਨਾਂ ਨੂੰ ਸੇਵਾ ਨਾ ਦਿੰਦੇ। ਇਹ ਮਹਾਨ ਸੇਵਾ ਦਿੱਤੀ ਹੀ ਤਾਂ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹਿਰਦਾ ਬਹੁਤ ਪਵਿੱਤਰ ਹਿਰਦਾ ਸੀ, ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੂੰ ਥਾਪਿਆ। ਉਹਨਾਂ ਦੇ ਚਰਨਾਂ ਵਿੱਚ ਵੀ ਨਮਸਕਾਰ, ਪ੍ਰਣਾਮ ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸਿੱਖੀ ਕਮਾਈ। ਅੱਜ ਪੰਜਵਾਂ ਜਾਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੇਖੋ ਧਿਆਨ ਦੇ ਨਾਲ ਇੱਕ ਗੱਲ ਇਤਿਹਾਸ ਦੇ ਵਿੱਚ ਲਿਖੀ ਹੈ ਕਿ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਿਆ ਗਿਆ ਗੁਰਸਿੱਖਾਂ ਦੇ ਬਾਰੇ ਵਿੱਚ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਕਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਗੁਰਸਿੱਖੀ ਦੀ ਹੱਦ ਹਨ, ਇਹਦੇ ਤੋਂ ਅੱਗੇ ਹੋਰ ਕੁਝ ਨਹੀਂ। ਕਿੰਨੇ ਕੁ ਪਹੁੰਚੇ ਹੋਣਗੇ ਬਾਬਾ ਬੁੱਢਾ ਸਾਹਿਬ। ਔਰ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹ, ਉਹਨਾਂ ਦੇ ਜੀਵਨ ਦੇ ਵਿੱਚ ਵੀ ਐਸੀਆਂ ਘਟਨਾਵਾਂ ਹਨ ਕਿ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਿਤਾ ਜੀ ਬਾਣੀ ਪੜ੍ਹਦੇ ਹਨ ਤੇ ਬਾਣੀ ਪੜ੍ਹਨੀ ਜਦੋਂ ਸਮਾਪਤ ਕੀਤੀ ਤੇ ਗੁਰਸਿੱਖਾਂ ਨੇ ਮਹਾਰਾਜ ਜੀ ਤੇ ਇਹ ਸਵਾਲ ਕੀਤਾ ਕਿ ਤੁਸੀਂ ਤਾਂ ਸਤਿਗੁਰੂ ਹੋ, ਪਰਮਾਤਮਾ ਦਾ, ਗੁਰੂ ਨਾਨਕ ਸਾਹਿਬ ਜੀ ਦਾ ਰੂਪ, ਫਿਰ ਤੁਹਾਨੂੰ ਪਾਠ ਕਰਨ ਦੀ, ਬਾਣੀ ਪੜ੍ਹਨ ਦੀ ਕੀ ਲੋੜ? ਤੁਸੀਂ ਤਾਂ ਆਪ ਬਾਣੀ ਰਚਣ ਵਾਲੇ। ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਜਵਾਬ ਦਿੱਤਾ, ਕਹਿਣ ਲੱਗੇ ਇਸੇ ਬਾਣੀ ਦੇ ਵਿੱਚੋਂ ਹੀ ਮੈਂ ਸਭ ਕੁਝ ਪ੍ਰਾਪਤ ਕੀਤਾ ਹੈ। ਇਸ ਬਾਣੀ ਨਾਲ, ਸ਼ਬਦ ਨਾਲ, ਗੁਰੂ ਦੇ ਬਚਨ ਨਾਲ ਜੁੜ ਕੇ ਹੀ ਮੈਨੂੰ ਇੱਥੋਂ ਤੱਕ ਪਹੁੰਚਣ ਦਾ ਮੌਕਾ ਮਿਲਿਆ। ਜਿਹੜੀ ਅਵਸਥਾ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਣ ਵਾਲੀ ਮਿਲੀ, ਔਰ ਇਸ ਗੁਰਬਾਣੀ ਨੂੰ ਪੜ੍ਹ ਕੇ ਮੈਂ ਇੱਥੋਂ ਤੱਕ ਪਹੁੰਚ ਗਿਆ। ਹੁਣ ਮੇਰਾ ਚਿੱਤ ਇਹਦੇ ਤੋਂ ਬਿਨਾਂ ਲੱਗਦਾ ਹੀ ਨਹੀਂ। ਇੰਨਾ ਕੁ ਸਨੇਹ, ਇੰਨਾ ਕੁ ਪਿਆਰ। ਆਪ ਬਾਣੀ ਉਚਾਰਦੇ ਹਨ, ਉਹਨਾਂ ਦੇ ਹਿਰਦੇ 'ਚ ਬਾਣੀ ਉਤਰਦੀ ਹੈ। ਪਰਮਾਤਮਾ ਆਪ ਉਹਨਾਂ ਦੇ ਹਿਰਦੇ ਅੰਦਰੋਂ ਬੋਲਦਾ ਹੈ, ਪਰ ਫਿਰ ਵੀ ਉਹ ਆਪ ਬਾਣੀ ਦਾ ਪਾਠ ਕਰਦੇ ਹਨ। ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਅਮਰਦਾਸ ਪਿਤਾ ਜੀ ਨੇ ਇਹ ਵੀ ਬਚਨ ਕਹੇ ਕਿ ਜੇ ਕਿਸੇ ਪਹਾੜ ਨੂੰ ਖੋਦੀਏ, ਪਹਾੜ ਨੂੰ ਪੁੱਟਣ ਲੱਗ ਪਈਏ, ਤੇ ਜੇ ਪੁੱਟਿਆ, ਇੱਕ ਕੋਨਾ ਪੁੱਟਿਆ, ਉਹਦੇ ਵਿੱਚੋਂ ਸੋਨਾ, ਹੀਰੇ, ਜਵਾਹਰਾਤ ਨਿਕਲਣ, ਫਿਰ ਉੱਟ ਕੇ ਸਾਰਾ ਪਹਾੜ ਦੇਖ ਲੈਣਾ ਚਾਹੀਦਾ ਹੈ। ਜੇ ਇੱਕ ਕੋਨੇ ਚੋਂ ਸੋਨਾ ਨਿਕਲਿਆ ਹੈ, ਹੀਰੇ ਜਵਾਹਰਾਤ ਨਿਕਲੇ ਹਨ, ਫਿਰ ਸਾਰੇ ਪਹਾੜ ਨੂੰ ਫੋੜਨਾ ਚਾਹੀਦਾ ਹੈ। ਬਸ ਇਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ। ਅਸਲ ਵਿੱਚ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਸਤਿਗੁਰੂ ਮਹਾਰਾਜ ਆਪ ਬਾਣੀ ਕਿਉਂ ਪੜ੍ਹਦੇ ਹਨ। ਅੱਜ ਸਾਡੇ ਜਿਹੜੇ ਸਿੱਖ ਵਿਰੋਧੀ ਲੋਕ ਹਨ, ਉਹ ਤਾਂ ਚਾਹੁੰਦੇ ਹਨ ਕਿ ਸਿੱਖ ਬਾਣੀ ਤੋਂ ਟੁੱਟ ਜਾਣ, ਇਹ ਬਾਣੀ ਨਾ ਪੜ੍ਹਨ, ਇਹ ਨਗਰ ਕੀਰਤਨ ਨਾ ਕੱਢਣ, ਇਹਨਾਂ ਦੇ ਲੰਗਰ ਬੰਦ ਹੋ ਜਾਣ। ਕਿਹੜਾ ਕਰਮ ਐਸਾ ਹੈ ਜਿਹਦੇ ਖਿਲਾਫਤ ਨਹੀਂ ਹੋ ਰਹੀ? ਕੀਰਤਨ ਦਰਬਾਰ ਬੰਦ ਕਰਾਉਣਾ ਚਾਹੁੰਦੇ ਹਨ। ਕੋਈ ਗੁਰੂ ਕੇ ਸਿੱਖ ਸਿਮਰਨ ਕਰਦੇ ਹਨ ਤੇ ਉਹ ਸਿਮਰਨ ਵੀ ਬੰਦ ਕਰਾਉਣਾ ਚਾਹੁੰਦੇ ਹਨ। ਜੇ ਗੁਰੂ ਕਾ ਸਿੱਖ ਨਿਤਨੇਮ ਕਰਦਾ ਹੈ ਤੇ ਨਿਤਨੇਮ ਤੇ ਵੀ ਸ਼ੰਕੇ ਪੈਦਾ ਕਰ ਦੇਣਾ ਚਾਹੁੰਦੇ ਹਨ ਕਿ ਸਿੱਖ ਦੇ ਹਿਰਦੇ ਵਿੱਚ ਨਿਤਨੇਮ ਪ੍ਰਤੀ ਭਰੋਸਾ ਹੀ ਨਾ ਰਵੇ, ਅੰਮ੍ਰਿਤ ਪ੍ਰਤੀ ਵਿਸ਼ਵਾਸ ਹੀ ਨਾ ਰਵੇ। ਅੱਜ ਸਾਡੇ ਵਿਰੋਧੀ ਲੋਕ ਜਿਹੜੇ ਹਨ, ਸਾਨੂੰ ਗੁਰੂ ਨਾਲੋਂ ਤੋੜਨਾ ਚਾਹੁੰਦੇ ਹਨ, ਔਰ ਗੁਰੂ ਮਹਾਰਾਜ ਜੀ ਦੇ ਘਰ ਦੀ ਹਰ ਚੀਜ਼ ਨਾਲ ਤੋੜਨਾ ਚਾਹੁੰਦੇ ਹਨ। ਹਰ ਚੀਜ਼ ਨਾਲੋਂ ਕੋਈ ਵੀ ਕਰਮ ਗੁਰਸਿੱਖ ਕਰਦੇ ਹਨ। ਅੱਜ ਏਜੰਸੀਆਂ ਦੇ ਲੋਕ ਹਨ ਜਾਂ ਕਿਹੜੀ ਜਮਾਤ ਦੇ ਲੋਕ ਜਿਹੜੇ ਸਾਨੂੰ ਹਰ ਕੰਮ ਤੋਂ ਵਰਜਦੇ ਹਨ ਕਿ ਸਿੱਖ ਕਦੀ ਵੀ ਕੋਈ ਚੰਗਾ ਧਰਮ ਦਾ ਕਰਮ ਕਰਨ ਹੀ ਨਾ।
ना ये बाणी पढ़न, ना ये सिमरन करन, ना ये कीर्तन दरबार समागम कराउण, ना ये नगर कीर्तन कड्डण, ना ये नितनेम करन, ना ये अमृत छकण। हर गल तो सानू तोड़न की कोशिश। और ये बिरती उहो जी है, ये काम जिहड़े हन ऐसियां जमातां दे काम हन जिहड़ियां जमातां अज गुरु ग्रंथ साहिब महाराज जी दी थां पुर थां बेदबी कर रही हन। हर ढंग नाल सानू सिद्धांतक तौर ते भी तोड़िया जा रहा है और थां थां ते बेदबी करके करना की चाहुंदे हन। और ध्यान मार के देखो कदी ये बेदबियां जिहड़ियां हन केवल इक्को देश विच क्यों हो रही हैं, बाकी भी दुनिया विच थां थां ते गुरु ग्रंथ साहिब जी दे प्रकाश हैं। दुनिया के कोने कोने विच गुरु ग्रंथ साहिब महाराज जी दे प्रकाश हैं। वो लोग वो जमातां जिहड़ियां हन केवल एक देश विच ही बार बार क्यों बेदबी करदियां हन? कोई कारण है, पिछे कोई शय है। ऐसा कर्म करन दा यतन किया जा रहा है कि सिखां दे मन विच गुरु ग्रंथ साहिब प्रति सत्कार ते शरधा तोड़ दी जाए। ये बेदबियां होनियां आम जिहा काम बन जाए। सिख बेदबियां दा मुजाहरा कर करके रोस कर करके थक जान, थक के बह जान, हार जान। पर प्यारिओ ऐसा कदी हो नहीं सकता। गुरु ग्रंथ साहिब महाराज जी नाल जिहड़ा सिखां दा स्नेह है, जिहड़ा सिख संगत दा कौम दा प्यार है, गुरबाणी दा जिहड़ा सिखां दे मनां अंदर सत्कार है, इस सत्कार नूं सारी दुनिया भी रल जाए तो कदी तोड़ नहीं सकेगी। ये विश्वास, ये भरोसा कदी सिखां दे मनां चों कढ नहीं सकणगे लोग। और ऐसा ये विश्वास, ऐसा भरोसा जिहड़ा सिख दा गुरबाणी ते है, गुरु महाराज जी ने बाणी विच ऐसा भरोसा बनाया है। और दुनिया का हर धार्मिक बंदा, हरेक धार्मिक मनुख जे आस्था रखता है तो वह ऐसी गल नाल जुड़िया है। धन सो कागद, सारी दुनिया कहती है, गुरु महाराज जी की बाणी ने भी बचन कहे, जिहड़ा मर्जी धार्मिक मनुख होएगा जे उहदे गॉड दा, उहदे खुदा दा, अल्लाह दा, राम दा, परमात्मा दा नाम किसी कागज ते लिखिया होएगा, वो कागज उहदे लई सत्कारयोग होएगा, भावें किसी धर्म का मनुख भी होवे। और सिख लई तां सतगुरु महाराज जी की बाणी विच दर्ज है, धन सो कागद कलम धन। कलम भी जिहड़ी लिखण वाली है ना, वो भी धनता दे योग। जिस कलम दे नाल परमात्मा दा नाम लिखिया जाता है, वो कलम भी धनता दे योग। ते जिहड़ा शरीर रूपी भांडा लिखण वाला, वो शरीर भी पवित्र, कहण वाले भी पवित्र, परमात्मा की सिफत लिखण वाले भी पवित्र, ते उन्हां दीयां कुलां नूं भी पवित्र मन्निया गया। वो तो अपनियां कुलां नूं तार लैंदे हन जिहड़े परमात्मा दा जस गाउंदे ते जस लिखदे हन। सतगुरु महाराज जी की बाणी पढ़ के देखिए, भगत रविदास जी ने बचन किया, कहन लगे, तर तार अपवित्र कर मानिया रे, जैसे कागरा करत विचारन। ते अगली पंक्ति विच बचन किया, भगत भगाओत भगत भागौत लिखिया तेह उपरे, पूजिया कर नमस्कारन। ताड़ी दे दरखत तो कागज बनता है, ते ताड़ी का दरखत इहो जिहा है, उहदे तो कागज भी पैदा होंदा है, ते उहदे तो जिहड़े लोग नशे बनाना चाहुंदे हन, नशे भी बनाउंदे हन, नशियां दे विच भी उहनूं इस्तेमाल करदे हन, उहदी लक्कड़ नूं। जिवें अंगूर हन, अंगूरां तो कोई शराब भी बना सकता है, कोई अंगूर है, फ्रूट है, पर इहदी कोई शराब बना ले। इसी तरह ताड़ी का जिहड़ा दरखत है, उहदी लक्कड़ तो, उहदे बुरादे तो नशे भी बनते हैं। और लोग पुराने समय जिहड़े ताड़ी दे दरखत जदों लगे हुंदे सन ते क्या करते सन कि ताड़ी दे दरखत दे साडे बच्चे नेड़े भी ना जाण,
ਆਪ ਵੀ ਨੇੜੇ ਨਹੀਂ ਸੀ ਜਾਂਦੇ ਤੇ ਆਪਣੇ ਬੱਚਿਆਂ ਨੂੰ ਕਿਤੇ ਇਹਨਾਂ ਨੂੰ ਨਸ਼ੇ ਦੀ ਲੱਤ ਨਾ ਲੱਗ ਜਾਏ। ਜਿਹੜੇ ਸਿਆਣੇ ਸਮਝਦਾਰ ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੁੰਦੇ ਸਨ, ਉਹ ਤਾੜੀ ਤੋਂ ਨਫ਼ਰਤ ਕਰਦੇ ਸਨ। ਤਾੜੀ ਦੇ ਦਰਖਤ ਤੋਂ, ਤਰ ਦਰਖਤ ਦਾ ਨਾਮ ਹੈ, ਤਰ ਤਾਰ ਦਾ ਭਾਵ ਤਾੜੀ ਦਾ ਰੁੱਖ। ਔਰ ਭਗਤ ਰਵਿਦਾਸ ਜੀ ਨੇ ਉਦਾਹਰਨ ਦੇ ਕੇ ਕਿਹਾ, ਕਹਿਣ ਲੱਗੇ ਜਿਸ ਨੂੰ ਅਪਵਿੱਤਰ ਕਰਕੇ ਮੰਨਿਆ ਜਾਂਦਾ ਹੈ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ। ਕਰ ਕਾਗਦਾ ਕਰਤ ਵਿਚਾਰੰ, ਜਦੋਂ ਉਸੇ ਤਾੜੀ ਦੇ ਦਰਖਤ ਦਾ ਜਿਹਨੂੰ ਅਪਵਿੱਤਰ ਮੰਨਿਆ ਜਾਂਦਾ ਹੈ, ਜੇ ਉਸੇ ਦਾ ਕਾਗਜ਼ ਬਣ ਗਿਆ ਤੇ ਕਾਗਜ਼ ਦੇ ਉੱਤੇ ਕਿਸੇ ਨੇ ਪਰਮਾਤਮਾ ਦਾ ਨਾਮ ਲਿਖ ਦਿੱਤਾ, ਭਗਤ ਭਾਗਉਤ। ਹੁਣ ਦੇਖੋ, ਭਾਗਉਤ ਸ਼ਬਦ ਜਿਹੜਾ ਹੈ, ਸਾਡੇ ਵਿਰੋਧੀ ਜਿਹੜੇ ਹਨ ਉਹ ਭਗਉਤੀ ਭਗਉਤ ਸ਼ਬਦ ਤੋਂ ਕਿੰਨੀ ਸਾਡੇ ਮਨਾਂ ਵਿੱਚ ਨਫ਼ਰਤ ਪੈਦਾ ਕਰ ਰਹੇ ਹਨ। ਬੜੀ ਕੋਸ਼ਿਸ਼ ਹੋ ਰਹੀ ਹੈ, ਮੈਂ ਪਹਿਲਾਂ ਵੀ ਅਰਜ਼ ਕੀਤੀ, ਇੱਕ ਗੱਲ ਤੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਆਪਣੀ ਅਰਦਾਸ ਤੋਂ ਵੀ ਟੁੱਟ ਜਾਣ, ਇਹਨਾਂ ਦਾ ਸ਼ਰਧਾ, ਇਹਨਾਂ ਦਾ ਭਰੋਸਾ ਅਰਦਾਸ ਤੋਂ ਵੀ ਉਖੜ ਜਾਏ। ਪਰ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਅਨੇਕਾਂ ਵਾਰ ਭਗਉਤੀ ਸ਼ਬਦ ਵੀ ਹੈ। ਮੈਂ ਅਰਜ਼ ਕਰਾਂ, ਭਗਉਤੀ ਸ਼ਬਦ ਦਾ ਅਰਥ ਪਰਮਾਤਮਾ ਦਾ ਉਪਾਸ਼ਕ, ਨਿਰੰਕਾਰ ਦਾ ਸੇਵਕ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ। ਭਗਤ ਰਵਿਦਾਸ ਜੀ ਇਹ ਬਚਨ ਕਹਿ ਰਹੇ ਹਨ, ਭਗਤ ਭਾਗਉਤ ਲਿਖੀਐ ਤੇ ਉਪਰੇ, ਪੂਜੀਐ ਕਰ ਨਮਸਕਾਰਨ। ਜੇ ਕਿਸੇ ਕਾਗਜ਼ ਤੇ ਪਰਮਾਤਮਾ ਦਾ, ਵਾਹਿਗੁਰੂ ਦਾ, ਭਗਉਤ ਦਾ ਨਾਮ ਲਿਖਿਆ, ਉਹਦੀ ਭਗਤੀ ਲਿਖੀ, ਉਹਦੀ ਸਿਫਤ ਲਿਖੀ, ਤੇ ਉਸ ਕਾਗਜ਼ ਨੂੰ ਵੀ ਨਮਸਕਾਰ ਕੀਤੀ ਜਾਂਦੀ ਹੈ। ਔਰ ਇਹ ਸਾਡੀ ਬਾਣੀ ਸਾਨੂੰ ਸਿਖਾ ਰਹੀ ਹੈ ਕਿ ਧਨ ਹੈ ਉਹ ਕਾਗਜ਼, ਧਨ ਹਨ ਉਹ ਕਲਮਾਂ, ਜਿਹੜੀਆਂ ਪਰਮਾਤਮਾ ਦੀ ਸਿਫਤ ਸਲਾਹ ਲਿਖਣ ਵਾਲੀਆਂ ਤੇ ਜਿਨ੍ਹਾਂ ਕਾਗਜ਼ਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੈ। ਗੁਰੂ ਦਾ ਸ਼ਬਦ, ਪਰਮਾਤਮਾ ਦਾ ਨਾਮ ਜਿਹੜੇ ਵੀ ਪੇਪਰ ਤੇ, ਜਿਹੜੇ ਵੀ ਕਾਗਜ਼ ਤੇ ਲਿਖਿਆ, ਕਾਗਜ਼ ਵੀ ਧਨਤਾ ਦੇ ਯੋਗ। ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਸਿਫਤ, ਉਹਦੀ ਵਡਿਆਈ, ਔਰ ਦੁਨੀਆ ਦੇ ਵਿੱਚ ਇੱਕ ਪਹਿਲਾ ਐਸਾ ਗ੍ਰੰਥ ਹੈ ਜਿਸ ਗ੍ਰੰਥ ਨੂੰ ਗੁਰੂ ਦੀ ਪਦਵੀ, ਗੁਰੂ ਦਾ ਦਰਜਾ ਮਿਲਿਆ। ਐਸਾ ਦਰਜਾ ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਹੁੰਦਿਆਂ ਹੀ, ਹਾਂ ਇਹ ਐਲਾਨੀਆਂ ਗੁਰਗੱਦੀ ਨਹੀਂ ਦਿੱਤੀ, ਪਰ ਦੇਖੋ ਕਦੀ ਇਤਿਹਾਸ ਦੇ ਵਰਕੇ ਫਰੋਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਕਰਾਇਆ ਹਰਮੰਦਰ ਸਾਹਿਬ, ਤੇ ਆਪ ਮਹਾਰਾਜ ਜੀ ਤਾਬਿਆ ਬੈਠਦੇ ਜਾਂ ਕੀਰਤਨੀਆਂ ਵਾਲਿਆਂ ਦੀ ਥਾਂ ਤੇ, ਜਿੱਥੇ ਅੱਜ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਬੈਠਦੇ ਹਨ। ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਦੀ ਆਪ ਸਿੰਘਾਸਣ ਤੇ ਨਹੀਂ ਬੈਠੇ। ਇਤਿਹਾਸ ਇਸ ਗੱਲ ਦਾ ਗਵਾਹ ਹੈ, ਜੇ ਰਾਤ ਵੇਲੇ ਵਿਸ਼ਰਾਮ ਕਰਨ ਦਾ ਸਮਾਂ ਆਇਆ ਨਾ, ਸੁਖਾਸਨ ਦੀ ਸੇਵਾ ਕਰਕੇ ਸੁਖਾਸਨ ਵਾਲੇ ਕਮਰੇ ਵਿੱਚ ਲਿਜਾਇਆ ਗਿਆ, ਤੇ ਉੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਗਿਆ ਸੀ ਸੁਖਾਸਨ ਕਰਨ ਤੋਂ ਬਾਅਦ ਕਿ ਸਤਿਗੁਰੂ ਮਹਾਰਾਜ ਤੁਸੀਂ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪਣੇ ਕਮਰੇ ਦੇ ਵਿੱਚ, ਆਪਣੇ ਰੂਮ ਦੇ ਅੰਦਰ ਉਹਨਾਂ ਨੇ ਸਿੰਘਾਸਨ, ਇੱਕ ਸੋਹਣਾ ਜਿਹਾ ਪਲੰਗ ਤਿਆਰ ਕਰਕੇ ਵਿਛਾਈ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ, ਕਿ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਰਾਮ ਕਰਨਗੇ। ਤੇ ਗੁਰਸਿੱਖਾਂ ਨੇ ਕੋਈ ਹੋਰ ਕਮਰਾ, ਕੋਈ ਹੋਰ ਤਿਆਰੀ ਕੀਤੀ ਤੇ ਮਹਾਰਾਜ ਜੀ ਨੂੰ ਪੁੱਛਿਆ, ਸਤਿਗੁਰੂ ਮਹਾਰਾਜ ਤੁਹਾਨੂੰ ਕਿਹੜਾ ਕਮਰਾ ਚੰਗਾ ਲੱਗਦਾ ਹੈ, ਤੁਸੀਂ ਕਿੱਥੇ ਹੁਣ ਵਿਸ਼ਰਾਮ ਕਰੋਗੇ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਹੀ ਕਿਹਾ ਸੀ, ਥੱਲੇ ਇੱਥੇ ਹੀ ਇੱਕ ਚਾਦਰ ਵਿਛਾ ਦਿਓ। ਪੁੰਜੇ ਹੀ ਵਿਛਾਈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹਨ ਤੇ ਮਹਾਰਾਜ ਆਪ ਪੁੰਜੇ ਵਿਸ਼ਰਾਮ ਕਰ ਰਹੇ ਹਨ। ਗੁਰਿਆਈ ਦਾ ਐਲਾਨ ਨਹੀਂ ਕੀਤਾ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ੁਰੂ ਤੋਂ ਹੀ, ਪਹਿਲੇ ਦਿਨ ਤੋਂ ਹੀ ਰੋਜ਼ ਪ੍ਰਕਾਸ਼ਮਾਨ ਹੁੰਦਿਆਂ ਹੁਕਮਨਾਮਾ ਬਖਸ਼ਿਸ਼ ਕਰਦੇ ਹਨ, ਉਦੋਂ ਤੋਂ ਕਰਦੇ ਆ ਰਹੇ ਹਨ।
ਗੁਰਸਿੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਜ਼ਾਨਾ ਹੁਕਮਨਾਮਾ ਲੈਂਦੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸਤਿਕਾਰ, ਜੇ ਗੁਰੂ ਅਰਜਨ ਦੇਵ ਮਹਾਰਾਜ ਇੰਨਾ ਸਤਿਕਾਰ ਕਰ ਰਹੇ ਹਨ ਤੇ ਸਾਡਾ ਕੀ ਫਰਜ਼ ਬਣਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਨੂੰ ਸਿਖਾਇਆ ਹੈ। ਅੱਜ ਵੀ ਜਦੋਂ ਹਰਮੰਦਰ ਸਾਹਿਬ ਰਾਤ ਵੇਲੇ, ਸ਼ਾਮ ਵੇਲੇ ਸੁਖਾਸਨ ਦੀ ਸੇਵਾ ਹੋਣ ਤੋਂ ਬਾਅਦ ਸਰੂਪ ਲਿਜਾਇਆ ਜਾਂਦਾ ਹੈ, ਤੋਸ਼ਾਖਾਨਾ ਜਿਸ ਕਮਰੇ ਦੇ ਵਿੱਚ, ਜਿਸ ਸੁਖਾਸਨ ਵਾਲੇ ਕਮਰੇ ਦੇ ਅੰਦਰ ਮਹਾਰਾਜ ਜੀ ਦਾ ਸੁਖਾਸਨ ਕੀਤਾ ਜਾਂਦਾ ਹੈ, ਉੱਥੇ ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਸੇ ਯਾਦ ਵਿੱਚ ਉੱਥੇ ਚਾਦਰ ਵਿਛਾਈ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਵਿਛਾਇਆ ਕਰਦੇ ਸਨ ਆਪਣੇ ਵਿਸ਼ਰਾਮ ਲਈ, ਅੱਜ ਵੀ ਉਹ ਚਾਦਰ ਵਿਛਾਈ ਜਾਂਦੀ ਹੈ, ਤਾਂ ਕਿ ਸਿੱਖ ਸੰਗਤ ਨੂੰ ਕਦੀ ਵੀ ਇਹ ਗੱਲ ਭੁੱਲੇ ਨਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਭੁੰਜੇ ਵਿਸ਼ਰਾਮ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੰਨਾ ਸਤਿਕਾਰ ਤੇ ਇੰਨਾ ਸਨਮਾਨ ਕਰਦੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਅੰਮ੍ਰਿਤ ਭਰਪੂਰ ਹੈ। ਅੰਮ੍ਰਿਤ ਦੇ ਨਾਲ ਸਤਿਗੁਰੂ ਮਹਾਰਾਜ ਜੀ ਨਕਾ ਨਕ ਭਰੇ ਪਏ ਹਨ। ਜਦੋਂ ਕਿਤੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਵਾਰ ਪੜ੍ਹੀਏ ਨਾ, ਰਾਮਕਲੀ ਕੀ ਵਾਰ, ਉਹਨਾਂ ਦੀ ਬਾਣੀ, ਤੇ ਉਹਨਾਂ ਨੇ ਐਸਾ ਜ਼ਿਕਰ ਕੀਤਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਬਚਨ ਕਿਹਾ, ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮੁੰਦਾਵਣੀ ਮਹੱਲਾ 5ਵਾਂ ਲਿਖਿਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सबस आधारो। आधार आसरा सारा अमृत नाम का ही है। ये थाल है क्योंकि दुनिया की लुकाई नू भुख है रूहानियत वाली, आत्मक भोजन दुनिया के लोग चाहते हैं। और सतगुरु महाराज जी ने ता करके ही गुरु ग्रंथ साहिब महाराज जी की संपादना की, ताकि दुनिया के लोग सदा सदा जे कोई आत्मक भोजन चाहता होएगा, अपनी आत्मक तृप्ति दे लई आत्मक खुराक खानी चाहता होएगा, भुख मिटाउनी चाहता होएगा, तो गुरु महाराज जी की बाणी आत्मक भोजन है। ये साडी रूह की खुराक है। और सतगुरु महाराज जी ने ये बचन क्या है, थाल विच तिन वस्तु पईओ, सत संतोख विचारो, अमृत नाम ठाकुर का पयो जिसका सबस आधारो, जे को खावै जे को पुंचै। जे कोई खा लवे ते खा के इनू पचाना भी है। उधार तां होएगा जे कोई दुनियावी तौर ते शरीरक भोजन खांदा है, छकदा है, ते छक के जे कसरत आदिक ना करे, शरीर काम ही ना करे, खावे ते सौ जावे, खावे ते बैठ जावे, फिर भोजन पचन लग्या मुश्किल आउंदी है। इस तरह गुरु नानक पातशाह जी के घर अंदर कसरत की है। जिन्नियां सेवावां हन ना हथी करन वालियां, ये सारी वर्जिश है, एक कसरत है। आत्मक भोजन पचाण दे लई जदों बंदा बहुत आत्मक खुराक खा लवे, परमात्मा नाल नाम बाणी नाल जुड़ जाए, ते जुड़न तो बाद किते ऐसा ना होवे कि बंदा समझे कि मैं बहुत जुड़ गया, बहुत वड्डा बन गया, फिर वो जोड़े झाड़े संगतां दे जोड़े साफ करे, संगतां दे झूठे बर्तन मांजे। ये वर्जिश कसरत भी चाहिदी है ताकि सिख दा मन सदा नीवा बनिया रहे। मैं पहला भी अर्ज की सी कि इन्ना वड्डा कारज करके गुरु अर्जन देव महाराज जी अपने आप नूं निर्गुणियारे कहते हैं। इन्ना वड्डा काम करके ये दो गल्लां जरूर चेते रखियो। गुरु अर्जन देव महाराज जी इन्ना महान कारज करके अपने आप नूं इन्ना नीवा, इन्ना छोटा कह रहे हैं, ते ये कह रहे हैं कि मेरे सतगुरु ने मेरे ते तरस किया, मेरे परमात्मा ने मेरे ते तरस करके मैनू गुरु मिलाया, ते गुरु ने जदों तरस किया तो मैनू ये सेवा बख्श दी।
ये बचन पढ़ते हैं ना आप, तेरा कीता जातो नाही मैनों जोग कीतोई, मैं निर्गुण आरे को गुण नाही आपे तरस प्योई, तरस पया मेहरामत होई सतगुर सज्जन मिलिया। जदों परमात्मा दा तरस होया ते गुरु नाल मिलाप होया ते गुरु महाराज जी ने ही ये सारी कृपा की। तरस पया मेहरामत होई सतगुर सज्जन मिलिया, नानक नाम मिलै तां जीवा तन मन थीवै हरिया। ते ध्यान देना, 10वें पातशाह जी का इत्थे जरूर जिक्र करांगा, क्योंकि परसों रोज 2 दिन तक संपूर्णता दिवस है। गुरु अर्जन देव महाराज जी ने जे इन्ना महान कारज किया, गुरु ग्रंथ साहिब जी की संपादना करवाई, ते 10वें पातशाह जी ने सारी बाणी जुबानी दमदमा साहिब की धरती ते साबो की तलवंडी विखे जुबानी सारा स्वरूप लिखा के, ते दूसरा जिहड़ा करम 10वें पातशाह का है खालसा साजना, ऐसा महान खालसा साजिया जिहड़ा रहिंदी दुनिया तक सेवावां निभाउंदा रहेगा। और जिवें गुरु अर्जन देव महाराज जी ने निमाणे बन के कहा मैं निर्गुण आरे, ते 10वें पातशाह जी ने इन्ने वड्डे वड्डे कारज करके उन्होंने भी ऐसे ही बचन कहे। इन्ना महान खालसा साज के, इन्ना महान गुरु ग्रंथ साहिब महाराज जी की संपूर्णता करन तो बाद गुरु पातशाह जी ने बचन क्या कहन लगे, खालसे वल झात मार के कहन लगे, इन्हीं की कृपा के सजे हम हैं, नहीं मोसो गरीब करोड़ परे। सतगुरु महाराज सच्चे पातशाह जी की ये जिहड़ी बाणी है ना, इहदे ते कदी भी चोट पैंदी है, कोई बेदबी होवे, किसी किस्म की चोट, भावें वो मिट्टी मुसलमान की दी थां ते मिट्टी बेईमान कोई कह देवे, ये चेता रखियो, गुरु ग्रंथ साहिब महाराज जी ते गुरबाणी ते कदी किसी ने चोट ना सहारी है ते ना सहारनी है, कदी नहीं सहारी जाएगी। हाँ, शरीर ते चोट लगेगी, ये गल चेते रखियो, शरीरां ते चोटां लगदियां रहियां। बाबा नानक जी मक्के गए ते उत्थे भाई साहब भाई गुरदास जी ने भी जिक्र किया, जीवन मारी लत दी केड़ा सुता कुफर कुफारी। शरीर ते चोट पई, गुरु नानक देव महाराज जी बर्दाश्त कर गए, सहार गए। बाबा अमरदास जी नूं भाई दातू जी ने चोट मारी शरीर ते, गुरु अमरदास महाराज जी भी सहार गए। पर शब्द ते चोट मारी बाबा राम राय ने, वो नहीं कदी सहारी गई। शरीरां ते चोट पई, महाराज जी ने सहार लई, पर शब्द ते चोट कदी ना सहारी, ते ना कदी गुरु के सिख सहारनगे। शब्द की चोट ऐसी चोट है जिहड़ी सिखां कोलों कदी बर्दाश्त नहीं हुंदी, भावें वो गुरबाणी नूं वखरेवा पा के कोई शब्द बदले जाण, ते भावें गुरु ग्रंथ साहिब जी की किसी ढंग नाल बेदबी की जाए, ये चोटां कदी सिखां ने सहारनियां नहीं। प्यारिओ, गुरबाणी दा, गुरु ग्रंथ साहिब जी का सत्कार अंदरों सिख करते हैं, मनो करते हैं, ते करते रहणगे। दुनिया की कोई ताकत तोड़ नहीं सकेगी। आओ सतगुरु महाराज जी के चरणों विच नाम सिमरन करके 2 मिनट नमस्कार करिए। उस तरह अरदास बेनती सारे मिल के करिए जी। करो दया मेरे साईं, तुम करो दया मेरे साईं, तुम करो दया। वाहे गुरु वाहे गुरु, वाहे गुरु वाहे गुरु, वाहे गुरु वाहे गुरु,
ਵਾਹਿਗੁਰੂ 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 ਸੋ ਇਤਨੀ ਕੁ ਸੇਵਾ ਪ੍ਰਵਾਨ ਕਰ ਲੈਣੀ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਿਓ। ਤਕਰੀਬਨ 4 ਹਫ਼ਤਿਆਂ ਤੋਂ ਦਾਸ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ। ਹਾਜ਼ਰੀਆਂ ਭਰਦਾ ਰਿਹਾ। ਸੇਵਾਵਾਂ ਕਰਦਿਆਂ ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਆਪ ਸਾਰਿਆਂ ਨੇ ਕਿਰਪਾ ਕਰਨੀ, ਭੁੱਲਾਂ ਬਖਸ਼ ਕੇ ਅਸੀਸਾਂ ਬਖਸ਼ੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸਿਵ ਜਨ ਮਾਨੈ, ਪ੍ਰਤਾਪ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਨਾਲ ਦਰਸ਼ਨ ਦਿਦਾਰੇ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਪੰਥ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਨਬੀਰ ਸਿੰਘ ਜੀ ਜਲੰਧਰ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਪਿਛਲੇ 4 ਹਫ਼ਤਿਆਂ ਤੋਂ ਇਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਉਹਨਾਂ ਦਾ ਇਸ ਪੀੜੀ ਦਾ ਇਹ ਆਖਰੀ ਦੀਵਾਨ ਸੀ। ਸੋ ਮੈਂ ਇੱਥੇ ਜਿੱਥੇ ਉਹਨਾਂ ਦਾ ਹਾਰਦਿਕ ਧੰਨਵਾਦੀ ਹਾਂ ਸਮੂਹ ਸੰਗਤਾਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ, ਉੱਥੇ ਉਹਨਾਂ ਨੂੰ ਫਿਰ ਬੇਨਤੀ ਕਰਦਾ ਕਿ ਜਦੋਂ ਵੀ ਫਿਰ ਸਮਾਂ ਲੱਗੇ ਆ ਕੇ ਫਿਰ ਸੰਗਤਾਂ ਨੂੰ ਇਸ ਤਰ੍ਹਾਂ ਕਥਾ ਨਾਲ ਨਿਹਾਲ ਕਰ ਜੀ। दंडोत बंधन अनक बार, सर्व कला समरथ। डोलन ते राखो प्रभु, राखो प्रभु, नानक दे कर हथ। अब मोहे जीवन पदवी पाई, ਸਨਮਾਨਯੋਗ ਸਤਸੰਗੀ ਜਨੋ, ਮੈਂ ਆਪ ਜੀ ਨੂੰ ਜਿਨ੍ਹਾਂ ਸ਼ਬਦਾਂ ਦਾ ਕੀਰਤਨ ਸੁਣਾ ਰਿਹਾ ਹਾਂ, ਇਹ
ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਵਿੱਚ ਜਦੋਂ ਵੀ ਜਾਂ ਪ੍ਰਕਾਸ਼ ਹੋਇਆ, ਸੰਪੂਰਨਤਾ ਹੋਈ, ਜਾਂ ਗੁਰਤਾ ਗੱਦੀ ਤੇ ਗੁਰੂ ਸਾਹਿਬ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਏ, ਜੋ ਹੁਕਮਨਾਮੇ ਆਏ, ਮੈਂ ਉਹਨਾਂ ਦਾ ਕੀਰਤਨ ਕਰ ਰਿਹਾ ਹਾਂ। ਥੋੜ੍ਹਾ ਜਿਹਾ ਮੈਂ, ਕਿਉਂਕਿ ਸਾਨੂੰ ਗਾਉਣ ਵਾਲੇ ਨੂੰ ਦਿੱਕਤ ਹੁੰਦੀ, ਸਕੇਲ ਦਾ ਹਿਸਾਬ ਕਿਤਾਬ ਹੁੰਦਾ ਗਾਉਣ ਦਾ, ਉਸ ਹਿਸਾਬ ਨਾਲ ਮੈਂ ਉੱਪਰ ਤੋਂ ਸ਼ੁਰੂ ਕੀਤਾ ਹੈ। ਜਿਹੜਾ ਨੰਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਹੁਕਮਨਾਮਾ ਸਾਨੂੰ ਬਖਸ਼ਿਸ਼ ਹੋਇਆ ਸੀ, ਜਦੋਂ ਗੁਰਤਾ ਪ੍ਰਾਪਤ ਹੋਈ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਸ ਹੁਕਮਨਾਮੇ ਦਾ ਮੈਂ ਕੀਰਤਨ ਕਰ ਰਿਹਾ ਹਾਂ। ਦੂਸਰਾ ਸ਼ਬਦ ਜੋ ਸੀ ਸਤਿਗੁਰੂ ਆਇਓ ਸਰਨ ਤੁਹਾਰੀ, ਇਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪੂਰਨ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ, 31ਵਾਂ ਰਾਗ ਦਰਜ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਸੰਪੂਰਨ ਰੂਪ ਦਿੱਤਾ। ਉਸ ਵੇਲੇ ਦਾ ਹੁਕਮ ਹੈ ਸਤਿਗੁਰੂ ਆਇਓ ਸਰਨ ਤੁਹਾਰੀ। ਤੋ ਜੋ ਪਹਿਲਾ ਹੁਕਮਨਾਮਾ ਸੀ, ਪਹਿਲਾ ਪ੍ਰਕਾਸ਼ ਪੁਰਬ ਵੇਲੇ, ਉਸੇ ਸੰਤਾਂ ਕੇ ਕਾਰਜ ਆਪ ਖਲੋਇਆ। ਸੋ ਮੈਂ ਤਿੰਨਾਂ ਹੀ ਉਹ ਪਾਵਨ ਹੁਕਮਾਂ ਦਾ ਮੈਂ ਕੀਰਤਨ ਕਰਾਂਗਾ। ਮੈਂ ਨੰਦੇੜ ਦੀ ਧਰਤੀ ਤੋਂ ਸ਼ੁਰੂ ਕਰ ਰਿਹਾ ਹਾਂ। ਉਹ ਸਕੇਲ ਦੀ ਵਜ੍ਹਾ ਕਰਕੇ ਕੀਰਤਨ ਸ਼ੈਲੀ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ। ਆਓ ਜੀ ਮਿਲ ਜੁਲ ਕੇ ਗਾਇਨ ਕਰੀਏ। अब मोहे जीवन पदवी पाई, अब मोहे जीवन पदवी पाई, अब मोहे जीवन पदवी पाई, अब मोहे जीवन पदवी पाई। चीतायो मन पुरख विधाता, चीतायो मन पुरख विधाता, संतन की शरणाई। अब मोहे जीवन पदवी पाई, अब मोहे जीवन पदवी पाई। चीतायो मन पुरख विधाता, चीतायो मन पुरख विधाता, संतन की शरणाई। अब मोहे जीवन पदवी पाई, अब मोहे जीवन पदवी पाई। खुलिया करम कृपा भई ठाकुर, कीर्तन हर हर गाई। खुलिया करम कृपा भई ठाकुर, कीर्तन हर हर गाई। श्रम था का पाए बिसरामा, मिट गई सगली ताई। श्रमता का आए बिसरामा, मिट गई सगली ताई। मिट गई सगली ताई।
जीवन पदवी पाई, अब मोहे जीवन पदवी पाई, अब मोहे जीवन पदवी पाई। काम क्रोध लोभ मोह निवारे, निवरे सगल बराई। काम क्रोध लोभ मोह निवारे, निवरे सगल बराई। साध हजूर हाजिर है नाजिर, कत है ना पैओ दुराई। साध हजूर हाजिर है नाजिर, कत है ना पैओ दुराई, कत है ना पैओ दुराई। अब मोहे जीवन पदवी पाई, अब मोहे जीवन पदवी पाई। चीतायो मन पुरख विधाता, चीतायो मन पुरख विधाता, संतन की शरणाई। अब मोहे जीवन पदवी पाई, अब मोहे जीवन पदवी पाई। सुख शीतल श्रद्धा सब पूरी, होए संत सहाई। सुख शीतल श्रद्धा सब पूरी, होए संत सहाई। पावन पतित किए खिन भीतर, महिमा कतन न जाई। पावन पतित किए खिन भीतर, महिमा कतन न जाई। महिमा कतन न जाई। अब मोहे जीवन पदवी पाई,
अब मोहे जीवन पदवी पाई। निर्भव भय सगल पै खोए, गोबिंद चरण ओटाई। निर्भव भय सगल पै खोए, गोबिंद चरण ओटाई। नानक जस गावे ठाकुर का, रैण दिनस लिवलाई। नानक जस गावे ठाकुर का, रैण दिनस लिवलाई। रैण दिनस लिवलाई। ये अब मोहे जीवन पदवी पाई। अब मोहे जीवन पदवी पाई। तारो मन पुरख विधाता, चीतायो मन पुरख विधाता, संतन की शरणाई। अब मोहे जीवन पदवी पाई। अब मोहे जीवन पदवी पाई। अब मोहे जीवन पदवी पाई।